हाँ जी विद्यार्थियों, स्वागत है तुहाडा नਵੇਂ ਲੈਕਚਰ ਦੇ ਵਿੱਚ। ਅੱਜ ਅਸੀਂ ਕਰਨ ਜਾ ਰਹੇ ਹਾਂ ਤੁਹਾਡੇ ਸਿਲੇਬਸ ਦੇ ਪਹਿਲੇ ਚੈਪਟਰ ਦਾ ਨੈਕਸਟ ਟੌਪਿਕ ਕਾਊਂਟਰ ਰੀਫਾਰਮੇਸ਼ਨ ਕਹਿੰਦੇ ਆ ਇਹਨੂੰ। ਵਿਰੋਧੀ ਧਰਮ ਸੁਧਾਰ ਅੰਦੋਲਨ। ਵਿਰੋਧੀ ਧਰਮ ਸੁਧਾਰ ਅੰਦੋਲਨ ਕੀ ਹੈ, ਕੀ ਭਾਵ ਹੈ ਇਸ ਦਾ, ਉਹਦੇ ਬਾਰੇ ਪੜ੍ਹਾਂਗੇ ਅਸੀਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਕਿ ਕਿਵੇਂ ਧਰਮ ਸੁਧਾਰ ਅੰਦੋਲਨ ਜਿਹੜਾ ਸੀ ਵੱਖ-ਵੱਖ ਮੁਲਕਾਂ ਦੇ ਵਿੱਚ, ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਉਸਨੇ ਪ੍ਰਗਤੀ ਕੀਤੀ, ਕਿਵੇਂ ਵੱਖ-ਵੱਖ ਵਿਦਵਾਨਾਂ ਨੇ ਉਸ ਅੰਦੋਲਨ ਨੂੰ ਫੈਲਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਕਿਵੇਂ ਵੱਖ-ਵੱਖ ਮੁਲਕਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਚਾਰਾਂ ਦੇ ਵਿੱਚ ਪਰਿਵਰਤਨ ਆ ਗਿਆ। ਸੋ ਧਰਮ ਸੁਧਾਰ ਅੰਦੋਲਨ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ ਸੀ। ਇੰਝ ਲੱਗਦਾ ਸੀ ਕਿ ਪੋਪ ਅਤੇ ਰੋਮਨ ਕੈਥੋਲਿਕ ਚਰਚ ਦੀ ਹੋਂਦ ਹੈ ਲਗਭਗ ਜਿਹੜੀ ਉਹ ਬਿਲਕੁਲ ਖਤਮ ਹੀ ਹੋ ਜਾਣੀ ਆ, ਪਰੰਤੂ ਰੋਮਨ ਕੈਥੋਲਿਕ ਚਰਚ ਦੇ ਵਿੱਚ ਵੀ ਕੁਝ ਸੁਲਝੇ ਅਤੇ ਸੱਚੇ ਧਰਮ ਅਧਿਕਾਰੀ ਸੀ ਜਿਨ੍ਹਾਂ ਨੇ ਸਧਾਰਨ ਲੋਕਾਂ ਦਾ ਚਰਚ ਵਿੱਚ ਦੁਬਾਰਾ ਤੋਂ ਵਿਸ਼ਵਾਸ ਬਹਾਲ ਕਰਨ ਵਾਸਤੇ ਉਹਨਾਂ ਨੇ ਸੋਚਿਆ ਕਿ ਸਾਨੂੰ ਆਪਣੀ ਚਰਚ ਵਿੱਚ ਸੁਧਾਰ ਲਿਆਉਣੇ ਚਾਹੀਦੇ ਆ ਅਤੇ ਇਹਦੇ ਵਾਸਤੇ ਉਹਨਾਂ ਨੇ ਕੁਝ ਕੰਮ ਜਿਹੜੇ ਸੀ ਉਹ ਕਰਨੇ ਸ਼ੁਰੂ ਕਰ ਦਿੱਤੇ। ਸੋ ਕਾਊਂਟਰ ਰੀਫਾਰਮੇਸ਼ਨ ਦਾ ਕੀ ਮਤਲਬ ਹੁੰਦਾ ਕਿ ਜਦੋਂ ਸਾਨੂੰ ਪਤਾ ਲੱਗ ਜਾਵੇ ਕਿ ਸਾਡੇ ਵਿੱਚ ਇਹ ਕਮੀਆਂ, ਤਾਂ ਆਪਣੇ ਆਪ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ। ਰੀਫਾਰਮੇਸ਼ਨ ਦਾ ਮਤਲਬ ਅਸੀਂ ਪੜ੍ਹਿਆ ਸੀ ਧਰਮ ਸੁਧਾਰ ਅੰਦੋਲਨ ਹੈ ਨਾ। ਕਾਊਂਟਰ ਰੀਫਾਰਮੇਸ਼ਨ ਦਾ ਮਤਲਬ ਕਿ ਰੋਮਨ ਕੈਥੋਲਿਕ ਚਰਚ ਦੇ ਅੰਦਰ ਹੀ ਆਪਣੇ ਧਰਮ ਵਿੱਚ ਸੁਧਾਰ ਕਰਨ ਵਾਸਤੇ ਜਿਹੜਾ ਅੰਦੋਲਨ ਉਹਨਾਂ ਨੇ ਆਪਣੇ ਆਪ ਦੇ ਵਿੱਚ ਚੇਂਜਸ ਲਿਆਉਣ ਵਾਸਤੇ ਚਲਾਇਆ ਸੀ, ਉਹਨੂੰ ਅਸੀਂ ਵਿਰੋਧੀ ਧਰਮ ਸੁਧਾਰ ਅੰਦੋਲਨ ਕਹਿੰਦੇ ਹਾਂ ਜਾਂ ਫਿਰ ਕਾਊਂਟਰ ਰੀਫਾਰਮੇਸ਼ਨ ਬੋਲਦੇ ਆ। ਮੈਨੂੰ ਲੱਗਦਾ ਤੁਹਾਨੂੰ ਇਹਦਾ ਮੀਨਿੰਗ ਜਿਹੜਾ ਉਹ ਕਲੀਅਰ ਹੋ ਗਿਆ ਹੋਣਾ। ਸੋ ਪੋਪ ਅਤੇ ਇਹਨਾਂ ਧਰਮ ਅਧਿਕਾਰੀਆਂ ਦੁਆਰਾ ਰੋਮਨ ਕੈਥੋਲਿਕ ਚਰਚ ਦੇ ਵਿੱਚ ਹੀ ਸੁਧਾਰ ਲਿਆਉਣ ਅਤੇ ਇਸ ਦੀ ਪ੍ਰਤਿਸ਼ਠਾ ਨੂੰ ਦੁਬਾਰਾ ਤੋਂ ਲੋਕਾਂ ਵਿੱਚ ਸਥਾਪਿਤ ਕਰਨ ਵਾਸਤੇ ਉਹਨਾਂ ਨੇ ਬਹੁਤ ਸਾਰੇ ਯਤਨ ਕੀਤੇ, ਜਿਨ੍ਹਾਂ ਨੂੰ ਵਿਰੋਧੀ ਧਰਮ ਸੁਧਾਰ ਅੰਦੋਲਨ ਦਾ ਨਾਮ ਦਿੱਤਾ ਜਾਂਦਾ ਹੈ। ਪ੍ਰਸਿੱਧ ਵਿਦਵਾਨ ਸ਼ੈਵਿਲ ਦਾ ਇਹ ਕਹਿਣਾ ਕਿ ਵਿਰੋਧੀ ਧਰਮ ਸੁਧਾਰ ਅੰਦੋਲਨ ਅਸਲ ਦੇ ਵਿੱਚ ਕੈਥੋਲਿਕ ਚਰਚ ਦੇ ਅੰਦਰ ਹੀ ਜਿਹੜੇ ਸੁਧਾਰ ਕੀਤੇ ਗਏ ਸੀ ਔਰ ਜਿਹੜੇ ਸੁਧਾਰ ਦੇ ਯਤਨ ਕੀਤੇ ਗਏ ਸੀ ਉਹਨਾਂ ਨੂੰ ਹੀ ਕਾਊਂਟਰ ਰੀਫਾਰਮੇਸ਼ਨ ਜਾਂ ਵਿਰੋਧੀ ਧਰਮ ਸੁਧਾਰ ਅੰਦੋਲਨ ਕਿਹਾ ਜਾਂਦਾ ਹੈ। ਸੋ ਇਹ ਸਾਰੇ ਯਤਨ ਕਰਨ ਲਈ ਸਭ ਤੋਂ ਪਹਿਲਾ ਕੰਮ ਉਹਨਾਂ ਨੇ ਕੀ ਕੀਤਾ, ਇਟਲੀ ਦੇ ਵਿੱਚ ਟੈਂਟ ਨਾਮਕ ਸਥਾਨ ਦੇ ਉੱਤੇ 1545 ਵਿੱਚ ਕੈਥੋਲਿਕ ਚਰਚ ਦੀ ਉਹਨਾਂ ਨੇ ਇੱਕ ਕੌਂਸਲ ਬਣਾ ਲਈ, ਇੱਕ ਪਰਿਸ਼ਦ ਬਣਾ ਲਈ ਔਰ ਜਿਹਦੇ ਵਿੱਚ ਕੈਥੋਲਿਕ ਵਿਦਵਾਨ ਇਕੱਠੇ ਹੋਏ, ਬਹੁਤ ਸਾਰੇ ਧਰਮ ਸ਼ਾਸਤਰੀ ਇਕੱਠੇ ਹੋਏ। ਉਹਨਾਂ ਸਾਰਿਆਂ ਨੇ ਮਿਲ ਕੇ ਵਿਚਾਰ ਵਟਾਂਦਰਾ ਕੀਤਾ ਕਿ ਸਾਨੂੰ ਹੁਣ ਆਪਣੇ ਧਰਮ ਵਿੱਚ ਕਿਹੜੇ-ਕਿਹੜੇ ਚੇਂਜਿਸ ਲਿਆਉਣੇ ਚਾਹੀਦੇ ਆ। ਸੋ ਇਸ ਰਿਗਾਰਡਿੰਗ ਉਹਨਾਂ ਨੇ ਚੇਂਜਿਸ ਕਿਹੜੇ-ਕਿਹੜੇ ਆਉਣੇ ਚਾਹੀਦੇ, ਇਸ ਸੰਬੰਧੀ ਉਹਨਾਂ ਨੇ ਕੁਝ ਡਿਸੀਜ਼ਨ ਲਏ ਸੀਗੇ। ਕੈਥੋਲਿਕ ਧਰਮ ਵਿੱਚ ਸੁਧਾਰ ਲਿਆਉਣ ਲਈ ਲਏ ਗਏ ਮਹੱਤਵਪੂਰਨ ਫੈਸਲੇ ਕਿਹੜੇ ਸੀਗੇ। ਪਹਿਲਾ ਫੈਸਲਾ ਕੀਤਾ ਕਿ ਭਵਿੱਖ ਦੇ ਵਿੱਚ ਚਰਚ ਦੀ ਕੋਈ ਵੀ ਪਦਵੀ ਵੇਚੀ ਨਹੀਂ ਜਾਵੇਗੀ, ਮਤਲਬ ਕੋਈ ਵੀ ਨੌਕਰੀ ਜਿਹੜੀ ਉਹ ਪੈਸੇ ਲੈ ਕੇ ਕਿਸੇ ਨੂੰ ਨਹੀਂ ਦਿੱਤੀ ਜਾਊਗੀ। ਸੈਕਿੰਡ ਸੀਗਾ ਸਾਰੇ ਬਿਸ਼ਪ ਦਾ ਮਤਲਬ ਹੁੰਦਾ ਆ ਕਿ ਸਾਰੇ ਜਿਹੜੇ ਧਾਰਮਿਕ ਅਧਿਕਾਰੀ ਆ ਉਹ ਆਪਣੇ ਕਰਤੱਵਾਂ ਦਾ ਸਹੀ ਤਰੀਕੇ ਦੇ ਨਾਲ ਪਾਲਣਾ ਕਰਨਗੇ। ਤੀਸਰਾ, ਜਿੱਥੇ ਵੀ ਜ਼ਰੂਰੀ ਹੋਵੇ ਲੋਕਾਂ ਦੀ ਆਮ ਭਾਸ਼ਾ ਵਿੱਚ ਧਾਰਮਿਕ ਉਪਦੇਸ਼ ਦਿੱਤੇ ਜਾਣ, ਧਰਮ ਦੀ ਵਿਆਖਿਆ ਬਹੁਤ ਸਰਲ ਭਾਸ਼ਾ ਵਿੱਚ ਕੀਤੀ ਜਾਵੇ ਤਾਂ ਕਿ ਲੋਕ ਜਿਹੜੇ ਆ ਉਹ ਸਾਡੇ ਵੱਲ ਖਿੱਚੇ ਜਾਣ। ਚੌਥਾ ਹੈ ਪਾਦਰੀਆਂ ਦੁਆਰਾ ਸਾਦਾ ਅਤੇ ਕਠੋਰ ਜੀਵਨ ਬਿਤਾਇਆ ਜਾਵੇ ਤਾਂ ਕਿ ਲੋਕ ਜਿਹੜੇ ਹੈ ਉਹ ਇਹਨਾਂ ਤੋਂ ਪ੍ਰੇਰਿਤ ਹੋ ਸਕਣ। ਪੰਜਵਾਂ ਹੈ ਕੈਥੋਲਿਕ ਚਰਚ ਵਿੱਚ ਪੂਜਾ ਦੀ ਇੱਕੋ ਇੱਕ ਵਿਧੀ ਨੂੰ, ਇੱਕੋ ਇੱਕ ਮੈਥਡ ਨੂੰ ਫੋਲੋ ਕੀਤਾ ਜਾਊਗਾ ਅਤੇ ਹਰੇਕ ਚਰਚ ਦੇ ਵਿੱਚ ਪ੍ਰਾਰਥਨਾ ਕਰਨ ਵਾਸਤੇ, ਅਰਦਾਸ ਕਰਨ ਵਾਸਤੇ ਇੱਕੋ ਹੀ ਬੁੱਕ ਰੱਖੀ ਜਾਏਗੀ। ਉਸ ਤੋਂ ਬਾਅਦ ਪੋਪ ਹੈ ਜਿਹੜਾ ਉਹ ਕੈਥੋਲਿਕ ਚਰਚ ਦਾ ਮੁਖੀ ਹੋਵੇਗਾ, ਇੱਕੋ ਇੱਕ ਮੁਖੀ ਹੋਵੇਗਾ ਸਿਰਫ ਕੈਥੋਲਿਕ ਚਰਚ ਦਾ, ਉਸ ਨੂੰ ਸਾਰੇ ਸਿਧਾਂਤਾਂ ਦੀ ਅੰਤਿਮ ਵਿਆਖਿਆ ਕਰਨ ਦਾ ਅਧਿਕਾਰ ਹੋਵੇਗਾ। ਨੈਕਸਟ ਹੈ ਖਿਮਾ ਪੱਤਰਾਂ ਦੀ ਵਿਕਰੀ ਬੰਦ ਕੀਤੀ ਜਾਵੇਗੀ ਅਤੇ ਇਸ ਵਿਰੋਧੀ ਧਰਮ ਸੁਧਾਰ ਅੰਦੋਲਨ ਨੂੰ ਇਸ ਤਰ੍ਹਾਂ ਦੇ ਨਾਲ ਕਾਫੀ ਸਫਲਤਾ ਜਿਹੜੀ ਜੇਕਰ ਇਹਨਾਂ ਸਿਧਾਂਤਾਂ ਨੂੰ ਫੋਲੋ ਕੀਤਾ ਜਾਵੇ ਤਾਂ ਪ੍ਰਾਪਤ ਹੋ ਸਕਦੀ ਆ। ਧਰਮ ਸੁਧਾਰ ਅੰਦੋਲਨ ਦੇ ਨੇਤਾਵਾਂ ਵਿੱਚ ਆਪਸੀ ਮਤਭੇਦ। ਸੋ ਆਪਾਂ ਹੁਣ ਪੜ੍ਹਾਂਗੇ ਕਿ ਵਿਰੋਧੀ ਧਰਮ ਸੁਧਾਰ ਅੰਦੋਲਨ ਨੂੰ ਸਫਲਤਾ ਕਿਵੇਂ ਪ੍ਰਾਪਤ ਹੋ ਗਈ। ਇੱਕ ਤਾਂ ਆਪਾਂ ਪੜ੍ਹਿਆ ਸੀ ਕਿ ਧਰਮ ਸੁਧਾਰ ਅੰਦੋਲਨ ਨੇ ਕਿਵੇਂ ਪ੍ਰਗਤੀ ਕੀਤੀ, ਕਿਹੜੇ-ਕਿਹੜੇ ਵਿਦਵਾਨਾਂ ਨੇ ਯੋਗਦਾਨ ਪਾਇਆ ਸੀ। ਹੁਣ ਆਪਾਂ ਪੜ੍ਹਾਂਗੇ ਕਿ ਵਿਰੋਧੀ ਧਰਮ ਸੁਧਾਰ ਅੰਦੋਲਨ ਨੇ ਕਿਵੇਂ ਸਫਲਤਾ ਪ੍ਰਾਪਤ ਕੀਤੀ। ਪਹਿਲਾ ਕਾਰਨ ਕੀ ਸੀਗਾ, ਧਰਮ ਸੁਧਾਰ ਅੰਦੋਲਨ ਦੇ ਨੇਤਾਵਾਂ ਵਿੱਚ ਆਪਸੀ ਮਤਭੇਦ ਹੋਣਾ। ਹੁਣ ਵਿਰੋਧੀ ਧਰਮ ਸੁਧਾਰ ਅੰਦੋਲਨ ਨੂੰ ਸਫਲਤਾ ਕਿਉਂ ਪ੍ਰਾਪਤ ਹੋ ਗਈ, ਇਸ ਕਰਕੇ ਕਿਉਂਕਿ ਜਿਹੜਾ ਪਹਿਲਾਂ ਤੋਂ ਹੀ ਧਰਮ ਸੁਧਾਰ ਅੰਦੋਲਨ ਚੱਲ ਰਿਹਾ ਸੀਗਾ ਉਸ ਦੇ ਜਿੰਨੇ ਵੀ ਨੇਤਾ ਸੀਗੇ ਉਹਨਾਂ ਵਿੱਚ ਆਪਸੀ ਮਤਭੇਦ ਸੀਗਾ, ਇੱਕ ਦੂਸਰੇ ਦੇ ਵਿਰੁੱਧ ਵਿਚਾਰ ਰੱਖਦੇ ਸੀ ਉਹ ਸਧਾਰਨ ਲੋਕਾਂ ਦੀ, ਜਿਸ ਕਰਕੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਸ਼ਰਧਾ ਬਣੀ ਰਹੀ। ਐਗਜ਼ਾਮਪਲ ਦੇ ਤੌਰ 'ਤੇ ਮਾਰਟਿਨ ਲੂਥਰ ਜਿਹੜਾ ਸੀ ਉਹ ਸਵਿਟਜ਼ਰਲੈਂਡ ਦੇ ਵਿੱਚ ਰਹਿਣ ਵਾਲੇ ਜ਼ਵਿੰਗਲੀ ਦੇ ਵਿਚਾਰਾਂ ਤੋਂ ਜਿਹੜਾ ਸੀ ਉਹ ਬਿਲਕੁਲ ਵੱਖਰੇ ਵਿਚਾਰ ਰੱਖਦਾ ਸੀਗਾ। ਭਾਵੇਂ ਕਿ ਇਹਨਾਂ ਦੋਨਾਂ ਵਿਦਵਾਨਾਂ ਨੇ ਧਰਮ ਸੁਧਾਰ ਅੰਦੋਲਨ ਵਿੱਚ ਯੋਗਦਾਨ ਪਾਇਆ ਸੀ, ਲੇਕਿਨ ਦੋਨਾਂ ਦੇ ਵਿਚਾਰ ਵੱਖਰੇ ਸੀਗੇ।
ਮਾਰਟਿਨ ਲੂਥਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਸਵਿਟਜ਼ਰਲੈਂਡ ਵਿੱਚ ਰਹਿਣ ਵਾਲਾ ਜ਼ਵਿੰਗਲੀ ਜਿਹੜਾ ਹੈ ਉਹ ਇੱਕ ਧਰਮ ਧਰੋਹੀ ਹੈ। ਫਰਾਂਸੀਸੀ ਸੁਧਾਰਕ ਕਾਲਵਿਨ ਜਿਹੜਾ ਹੈ ਉਹ ਵੀ ਹਮੇਸ਼ਾ ਆਪਣੇ ਵਿਰੋਧੀਆਂ ਨੂੰ ਨਫ਼ਰਤ ਦੀ ਨਿਗਾਹ ਦੇ ਨਾਲ ਦੇਖਦਾ ਸੀ ਤੇ ਆਪਣੇ ਵਿਰੋਧੀਆਂ ਦੇ ਲਈ ਉਹ ਨਫ਼ਰਤ ਭਰਿਆ ਪ੍ਰਚਾਰ ਕਰਦਾ ਰਹਿੰਦਾ ਸੀ ਹਮੇਸ਼ਾ। ਇਸੇ ਤਰ੍ਹਾਂ ਮਾਰਟਿਨ ਲੂਥਰ ਤੇ ਦੂਸਰਾ ਜਿਹੜਾ ਹੈ ਕਾਲਵਿਨ, ਦੋਨਾਂ ਦੇ ਵਿਚਾਰਾਂ ਵਿੱਚ ਕਾਫੀ ਜ਼ਿਆਦਾ ਅੰਤਰ ਸੀ। ਜਿਵੇਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਪੜ੍ਹਿਆ ਸੀ ਕਿ ਮਾਰਟਿਨ ਲੂਥਰ ਹੈ ਜਿਹੜਾ ਉਹ ਸਰਕਾਰ ਨੂੰ ਸਭ ਤੋਂ ਉੱਚਾ ਸਮਝਦਾ ਸੀ, ਜਦੋਂ ਕਿ ਕਾਲਵਿਨ ਜਿਹੜਾ ਸੀ ਉਹ ਈਸ਼ਵਰ ਨੂੰ ਸਰਵ ਵਿਆਪਕ ਸਮਝਦਾ ਸੀ, ਸਭ ਤੋਂ ਉੱਪਰ ਸਮਝਦਾ ਸੀ। ਦੂਸਰਾ ਰੀਜ਼ਨ ਕੀ ਹੈ ਵਿਰੋਧੀ ਧਰਮ ਸੁਧਾਰ ਅੰਦੋਲਨ ਕਾਮਯਾਬ ਹੋਣ ਦਾ? ਰੋਮਨ ਕੈਥੋਲਿਕ ਚਰਚ ਦੇ ਨੇਤਾਵਾਂ ਨੇ ਧਰਮ ਸੁਧਾਰ ਅੰਦੋਲਨ ਦੇ ਆਗੂਆਂ ਦੇ ਚਰਚ ਵਿਰੋਧੀ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਬਹੁਤ ਹੀ ਛੇਤੀ ਤੁਰੰਤ ਹੀ ਆਪਣੀ ਚਰਚ ਦੇ ਵਿੱਚ ਸੁਧਾਰ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਉਹਨਾਂ ਨੂੰ ਆਪਣੀਆਂ ਕਮੀਆਂ ਦਾ ਪਤਾ ਲੱਗ ਗਿਆ। ਇਸ ਕਰਕੇ ਉਹਨਾਂ ਨੇ ਚਰਚ ਦੇ ਵਿੱਚ ਜਿੰਨੀਆਂ ਕਮੀਆਂ ਆ ਗਈਆਂ ਸੀ ਉਹਨਾਂ ਨੂੰ ਦੂਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਔਰ ਜਿਨ੍ਹਾਂ ਵੀ ਲੋਕਾਂ ਨੇ ਉਹਨਾਂ ਦੇ ਵਿਰੁੱਧ ਆਵਾਜ਼ ਉਠਾਈ ਤੇ ਉਹਦੇ ਨਾਲ ਹੀ ਉਹਨਾਂ ਨੂੰ ਧਰਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਸਿੱਟੇ ਵਜੋਂ ਆਮ ਲੋਕਾਂ ਦਾ ਹੌਲੀ ਹੌਲੀ ਚਰਚ ਦੇ ਵਿੱਚ ਵਿਸ਼ਵਾਸ ਜਿਹੜਾ ਸੀ ਉਹ ਵਧਣ ਲੱਗਿਆ ਤੇ ਚਰਚ ਦਾ ਵਿਰੋਧ ਹੌਲੀ ਹੌਲੀ ਲੋਕਾਂ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਹੈ ਨੈਕਸਟ ਕਾਰਨ, ਕੈਥੋਲਿਕ ਧਰਮ ਦੇ ਵਿਰੁੱਧ ਪ੍ਰਚਾਰ ਨੂੰ ਗੈਰ ਕਾਨੂੰਨੀ ਘੋਸ਼ਿਤ ਕਰਨਾ। ਅਗਲਾ ਹਥਿਆਰ ਕੀ ਵਰਤਿਆ ਇਹਨਾਂ ਨੇ? ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਪੋਪ ਨੇ ਕੈਥੋਲਿਕ ਧਰਮ ਦੇ ਵਿਰੁੱਧ ਜਿਹੜੇ ਵੀ ਲੋਕ ਪ੍ਰਚਾਰ ਕਰਦੇ ਸੀਗੇ, ਚਾਹੇ ਉਹ ਧਰਮ ਸੁਧਾਰ ਅੰਦੋਲਨ ਦੇ ਨੇਤਾ ਸੀ ਜਾਂ ਆਮ ਲੋਕ ਹੋਣ ਜਾਂ ਮੱਧ ਸ਼੍ਰੇਣੀ ਦੇ ਲੋਕ ਹੋਣ, ਸੋ ਜਿਹੜਾ ਵੀ ਕੋਈ ਬੰਦਾ ਜਿਹੜਾ ਸੀ ਰੋਮਨ ਕੈਥੋਲਿਕ ਚਰਚ ਦੇ ਵਿਰੁੱਧ ਪ੍ਰਚਾਰ ਕਰਦਾ ਸੀ, ਉਸ ਪ੍ਰਚਾਰ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਜਾਂਦਾ ਸੀ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਲਈ ਖਾਸ ਅਦਾਲਤਾਂ ਕਾਇਮ ਕੀਤੀਆਂ ਗਈਆਂ ਸੀ, ਜਿਨ੍ਹਾਂ ਵਿੱਚ ਪੜਤਾਲ ਅਧਿਕਾਰੀ ਨਿਯੁਕਤ ਕੀਤੇ ਗਏ ਸੀ। ਇਹਨਾਂ ਅਦਾਲਤਾਂ ਨੇ ਉਹ ਸਾਰੇ ਵਿਅਕਤੀ ਜਿਨ੍ਹਾਂ ਨੇ ਰੋਮਨ ਕੈਥੋਲਿਕ ਚਰਚ ਦੇ ਵਿਰੁੱਧ ਪ੍ਰਚਾਰ ਕੀਤਾ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ, ਅਤੇ ਜਿਹੜੇ ਚਰਚ ਦੇ ਸਿਧਾਂਤਾਂ ਵਿੱਚ ਯਕੀਨ ਨਹੀਂ ਰੱਖਦੇ ਸੀ। ਇਸ ਤਰ੍ਹਾਂ ਦੇ ਨਾਲ ਪੋਪ ਨੇ ਆਪਣੇ ਇਸ ਕਠੋਰ ਰਵੱਈਏ ਦੇ ਨਾਲ ਲੋਕਾਂ ਦੀ ਚਰਚ ਦੇ ਪ੍ਰਤੀ ਸ਼ਰਧਾ ਬਣਾ ਕੇ ਰੱਖੀ। ਨੈਕਸਟ ਰੀਜ਼ਨ ਹੈ ਸੁਸਾਇਟੀ ਆਫ ਜੀਸਸ ਕਾਇਮ ਕਰਨਾ। ਚੌਥਾ ਕਾਰਨ ਕੀ ਹੈ? ਕੈਥੋਲਿਕ ਚਰਚ ਦੀ ਸ਼ਕਤੀ ਨੂੰ ਸਥਾਪਿਤ ਰੱਖਣ ਵਾਸਤੇ ਸਪੇਨ ਦੇ ਵਿੱਚ ਇਹਨਾਂ ਨੇ ਇੱਕ ਸੁਸਾਇਟੀ ਆਫ ਜੀਸਸ ਕਾਇਮ ਕੀਤੀ। ਇਸ ਨੇ ਵੀ ਇੰਪੋਰਟੈਂਟ ਭੂਮਿਕਾ ਨਿਭਾਈ ਰੋਮਨ ਕੈਥੋਲਿਕ ਚਰਚ ਨੂੰ ਬਣਾਈ ਰੱਖਣ ਵਾਸਤੇ। ਇਸ ਸੁਸਾਇਟੀ ਦੀ ਸਥਾਪਨਾ ਸਪੇਨ ਦੇ ਵਿੱਚ ਰਹਿਣ ਵਾਲੇ ਇੱਕ ਕੁਲੀਨ ਪਰਿਵਾਰ ਦੇ ਮੈਂਬਰ ਨੇ ਕੀਤੀ ਸੀ। ਇਸ ਦਾ ਉਦੇਸ਼ ਇਹ ਸੀ ਕਿ ਰੋਮਨ ਕੈਥੋਲਿਕ ਚਰਚ ਦੇ ਪ੍ਰਭਾਵ ਨੂੰ ਕਾਇਮ ਰੱਖਣ ਵਾਸਤੇ ਹਰੇਕ ਸੰਭਵ ਉਪਰਾਲਾ ਕਰਨਾ, ਔਰ ਉਸਨੇ ਆਪਣੇ ਇਸ ਉਦੇਸ਼ ਦੀ ਪੂਰਤੀ ਵਾਸਤੇ ਉਸ ਸਮੇਂ ਦੇ ਜਿਹੜੇ ਨਵਯੁਵਕ ਸੀਗੇ, ਨੌਜਵਾਨ ਸੀਗੇ, ਉਹਨਾਂ ਨੂੰ ਸਿੱਖਿਆ ਦੇਣ ਵਾਸਤੇ ਕੈਥੋਲਿਕ ਸਕੂਲ ਖੋਲ੍ਹੇ ਅਤੇ ਵਿਰੋਧੀ ਦੇਸ਼ਾਂ ਵਿੱਚ ਪ੍ਰਚਾਰਕ ਭੇਜ ਕੇ, ਵਿਰੋਧੀ ਦੇਸ਼ ਮਤਲਬ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਕੈਥੋਲਿਕ ਚਰਚ ਨੂੰ ਬੁਰਾ ਸਮਝਿਆ ਜਾਂਦਾ ਸੀ, ਉੱਥੇ ਇਹਨਾਂ ਨੇ ਆਪਣੇ ਪ੍ਰਚਾਰਕ ਭੇਜੇ, ਲੋਕਾਂ ਨੂੰ ਆਪਣੀ ਰੋਮਨ ਕੈਥੋਲਿਕ ਚਰਚ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਕਿ ਸਾਡੇ ਵਿੱਚ ਆਹ ਚੇਂਜਿਸ ਆ ਗਏ, ਇਸ ਤਰ੍ਹਾਂ ਦਾ ਅਸੀਂ ਆਪਣਾ ਜੀਵਨ ਬਤੀਤ ਕਰਦੇ ਹਾਂ, ਸਾਡੇ ਇਹ ਪ੍ਰਿੰਸੀਪਲਸ ਨੇ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਜੀਸਸ ਆਫ ਸੁਸਾਇਟੀ ਦੇ ਮੈਂਬਰਾਂ ਨੇ, ਪ੍ਰਚਾਰਕਾਂ ਨੇ। ਸੋ ਇਸ ਦੇ ਮੈਂਬਰਾਂ ਦੇ ਜਿਹੜਾ ਜੀਵਨ ਸੀ ਉਹ ਵੀ ਬਹੁਤ ਉੱਚਾ ਹੁੰਦਾ ਸੀ। ਇਹਨਾਂ ਨੇ ਆਪਣਾ ਉੱਚੇ ਜੀਵਨ ਰਾਹੀਂ ਅਤੇ ਬਹੁਤ ਅਸੀਮ ਗਿਆਨ ਰਾਹੀਂ ਆਮ ਲੋਕਾਂ ਨੂੰ ਚਰਚ ਦੇ ਪ੍ਰਤੀ ਪ੍ਰਭਾਵਿਤ ਕਰਨ ਦੀ ਦੁਬਾਰਾ ਤੋਂ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਹੈ 16ਵੀਂ ਸਦੀ ਦੇ ਪੋਪਾਂ ਦਾ ਪਵਿੱਤਰ ਜੀਵਨ। 16ਵੀਂ ਸਦੀ ਦੇ ਵਿੱਚ ਰੋਮ ਦੇ ਜਿੰਨੇ ਵੀ ਪੋਪ ਹੋਏ ਨੇ ਉਹਨਾਂ ਨੇ ਬਹੁਤ ਹੀ ਪਵਿੱਤਰ ਤੇ ਸਾਦਾ ਜੀਵਨ ਬਤੀਤ ਕੀਤਾ ਔਰ ਚਰਚ ਦੀ ਮਾਣ ਮਰਿਆਦਾ ਦੁਬਾਰਾ ਤੋਂ ਕਾਇਮ ਕੀਤੀ। ਪੋਪ ਪਾਲ ਤੀਜੇ ਦੀ ਪੋਪ ਵਜੋਂ ਨਿਯੁਕਤੀ ਨੇ ਚਰਚ ਵਿੱਚ ਸੁਧਾਰਾਂ ਵਾਸਤੇ ਰਸਤਾ ਖੋਲ੍ਹਿਆ। ਉਸ ਨੇ ਚਰਚ ਦੇ ਵਿੱਚ, ਰੋਮਨ ਚਰਚ ਵਿੱਚ ਜਿੰਨੀਆਂ ਵੀ ਬੁਰਾਈਆਂ ਆ ਗਈਆਂ ਸੀ ਉਹਨਾਂ ਨੂੰ ਬੜੀ ਸਿਆਣਪ ਦੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਪੋਪ ਪਾਲ ਪੰਜਵੇਂ ਅਤੇ ਸਿਕਸਟਸ ਪੰਜਵੇਂ ਨੇ ਵੀ ਬਹੁਤ ਵੱਡਾ ਯੋਗਦਾਨ ਪਾਇਆ, ਜਿਸ ਦੇ ਨਾਲ ਸਧਾਰਨ ਲੋਕਾਂ ਦਾ ਇਸ ਦੇ ਉੱਤੇ ਦੁਬਾਰਾ ਤੋਂ ਵਿਸ਼ਵਾਸ ਕਾਇਮ ਹੋਇਆ। ਉਸ ਤੋਂ ਬਾਅਦ ਹੈ ਯੂਰਪੀ ਦੇਸ਼ਾਂ ਦੇ ਸ਼ਾਸਕਾਂ ਦਾ ਯੋਗਦਾਨ। ਇਹ ਵਿਰੋਧੀ ਧਰਮ ਸੁਧਾਰ ਅੰਦੋਲਨ ਨੂੰ ਕਾਮਯਾਬ ਕਰਨ ਦੇ ਵਿੱਚ ਕਈ ਯੂਰਪੀ ਦੇਸ਼ਾਂ ਦੇ ਸ਼ਾਸਕਾਂ ਨੇ ਵੀ ਭੂਮਿਕਾ ਨਿਭਾਈ, ਜਿਵੇਂ ਸਪੇਨ, ਪੁਰਤਗਾਲ ਤੇ ਇਟਲੀ ਦੇ ਸ਼ਾਸਕ ਇੱਦਾਂ ਦੇ ਸੀਗੇ ਜਿਹੜੇ ਕਿ ਕੈਥੋਲਿਕ ਚਰਚ ਦੇ ਵਿੱਚ ਹੀ ਯਕੀਨ ਰੱਖਦੇ ਸੀਗੇ, ਔਰ ਉਹਨਾਂ ਦੇ ਮੁਲਕਾਂ ਵਿੱਚ ਜਿਹੜਾ ਪ੍ਰੋਟੈਸਟੈਂਟ ਧਰਮ ਦਾ ਪ੍ਰਭਾਵ ਵੱਧ ਰਿਹਾ ਸੀ ਉਹਨੂੰ ਦੂਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਹਨਾਂ ਸ਼ਾਸਕਾਂ ਨੇ ਆਪਣੇ ਮੁਲਕਾਂ ਦੇ ਵਿੱਚ ਰਹਿਣ ਵਾਲੇ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ, ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢਿਆ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਜਿਹੜਾ ਦੇਸ਼ ਦਾ ਮੁੱਖ ਧਰਮ ਹੈ ਉਹ ਵੀ ਕੈਥੋਲਿਕ ਧਰਮ ਨੂੰ ਘੋਸ਼ਿਤ ਕੀਤਾ ਅਤੇ ਉੱਥੋਂ ਦੇ ਲੋਕਾਂ ਨੂੰ ਵੀ ਉਹਨਾਂ ਨੇ ਜ਼ਬਰਦਸਤੀ ਕੈਥੋਲਿਕ ਧਰਮ ਨੂੰ ਧਾਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਪ੍ਰਕਾਰ ਮਹਾਂਦੀਪ ਦੇ ਕਈ ਦੇਸ਼ਾਂ ਦੇ ਵਿੱਚ ਵੀ ਕੈਥੋਲਿਕ ਧਰਮ ਪ੍ਰਤੀ ਸ਼ਰਧਾ ਜਿਹੜੀ ਸੀ ਉਹ ਬਣੀ ਰਹੀ। ਸੋ ਇਸ ਦੇ ਨਾਲ ਹੀ ਇਸ ਟੌਪਿਕ ਦੀ ਜਿਹੜੀ ਹੈ ਉਹ ਅੰਤ ਹੁੰਦਾ ਹੈ। ਧੰਨਵਾਦ।